ਦੁਨੀਆ 'ਚ ਕੋਈ ਰਾਜਨੀਤਿਕ ਵਿਅਕਤੀ ਮਰਦਾ ਹੈ, ਉਹਦੇ ਨਾਲ ਹਜ਼ਾਰਾਂ ਲੋਕ ਉਸ ਵੇਲੇ ਪਹੁੰਚ ਜਾਂਦੇ ਹਨ। ਪਹਿਲੀ ਬਰਸੀ ਤੇ ਹੋਰ ਘਟ ਜਾਂਦੇ ਨੇ, ਦੂਜੀ ਤੀਜੀ ਤੇ ਉਹਨਾਂ ਨੂੰ ਸਰਕਾਰੀ ਬੱਸਾਂ ਭੇਜਣੀਆਂ ਪੈਂਦੀਆਂ ਲਿਆਉਣ ਵਾਸਤੇ ਲੋਕਾਂ ਨੂੰ। ਪਰ ਖਾਲਸਾ ਜੀ ਵੇਖੋ ਇੱਥੇ ਇਤਿਹਾਸ, ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਦੇ ਸੰਸਕਾਰ ਸਮੇਂ ਕੇਵਲ 5-7 ਸੇਵਾਦਾਰ ਹੋਣਗੇ ਪਰਿਵਾਰ ਸਮੇਤ, ਪਰ ਅੱਜ ਜਦੋਂ ਉਹਨਾਂ ਦਾ ਉਹ ਸ਼ਹੀਦੀ ਦਿਹਾੜਾ ਆਉਂਦਾ ਹੈ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਣ ਕਰਕੇ ਤਿੰਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਸ਼ੁਮਨ ਭੇਟ ਕਰਦੀਆਂ ਹਨ। ਲੱਖਾਂ ਦੀ ਗਿਣਤੀ ਵਿੱਚ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਆ ਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹਨ ਔਰ ਦਿਨ ਪ੍ਰਤੀ ਦਿਨ ਉਹ ਸੰਗਤਾਂ ਦਾ ਵਾਧਾ ਹੁੰਦਾ ਹੈ। ਅੱਜ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਦੋਂ ਸਭਾ ਦੇ ਦਿਨ ਆਉਂਦੇ ਹੈ, ਲੱਖਾਂ ਦੀ ਤਾਦਾਦ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਉੱਥੇ ਹਾਜ਼ਰ ਹੁੰਦੀਆਂ ਹਨ। ਔਰ ਇਹਨਾਂ ਦਿਨਾਂ ਦੇ ਵਿੱਚ, ਪੋਹ ਦੇ ਮਹੀਨੇ ਦੇ ਦਿਨਾਂ ਦੇ ਵਿੱਚ, ਬਹੁਤ ਸਾਰੇ ਗੁਰਸਿੱਖ ਅੱਜ ਵੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਥੱਲੇ ਭੁੰਜਿਆਂ ਪੈਂਦੇ ਹਨ ਔਰ ਆਪਣੇ ਮਨ ਦੇ ਵਿੱਚ ਵੈਰਾਗ ਦੀ ਬਿਰਤੀ ਧਾਰਨ ਕਰਕੇ ਵਿਚਰਦੇ ਹਨ। ਔਰ ਇਸ ਮਹੀਨੇ 'ਚ ਕਈ ਸਿੰਘ ਕੋਈ ਖੁਸ਼ੀ ਦਾ ਕਾਰਜ ਹੋਵੇ, ਵਿਆਹ ਸ਼ਾਦੀ ਦਾ ਨਹੀਂ ਕਰਦੇ। ਆਖਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ, ਉਸ ਨੂੰ ਵੈਰਾਗਮਈ ਢੰਗ ਦੇ ਨਾਲ ਬਤੀਤ ਕਰਦੇ ਹਨ। ਵੱਧ ਤੋਂ ਵੱਧ ਗੁਰਬਾਣੀ ਪੜ੍ਹਦੇ ਨੇ ਕਿਉਂਕਿ ਇਹ ਸ਼ਹੀਦੀ ਮਹੀਨਾ ਹੈ। ਤੋ ਇਸ ਪ੍ਰਕਾਰ ਨਾਲ ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਦਾ ਜਦੋਂ ਦਾਹ ਸੰਸਕਾਰ ਹੋ ਗਿਆ ਤਾਂ ਉਸ ਵਕਤ ਬਾਅਦ ਵਿੱਚ ਦੀਵਾਨ ਟੋਡਰ ਮੱਲ ਜੀ ਨੂੰ ਵੀ ਔਰ ਉਧਰ ਮੋਤੀ ਰਾਮ ਜੀ ਮਹਿਰਾ ਜੀ ਨੂੰ ਵੀ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਖਾਲਸਾ ਜੀ ਮੈਥਲੀ ਸ਼ਰਨ ਗੁਪਤ ਨਾਮ ਦਾ ਇੱਕ ਹਿੰਦੀ ਦਾ ਕਵੀ ਹੋਇਆ ਹੈ। ਫਤਿਹਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਨੂੰ ਵੇਖ ਕਰਕੇ, ਉਸਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੇਖ ਕਰਕੇ ਬੜਾ ਸੋਹਣਾ ਬਚਨ ਕਿਹਾ। ਉਹ ਕਹਿੰਦਾ ਹੈ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ हैं ਇਉਂ बलिदान, उनका वर्तमान चाहे कुछ भी हो भविष्य होगा महामहान। कि जिस कुल दे, जिस जाति दे, जिस धर्म ਦੇ ਬੱਚੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਇੱਦਾਂ ਦਾ ਬਲਿਦਾਨ ਦੇ ਸਕਦੇ ਹੈ। ਇਹ ਤਾਂ ਅੱਜ ਕੱਲ੍ਹ ਦੇ 7 ਸਾਲ ਤੇ 9 ਸਾਲ ਦੇ ਜਵਾਕਾਂ ਨੂੰ ਛੋਟੀ ਜਿਹੀ ਚੋਕਲੇਟ ਦੇ ਕੇ ਬੰਦਾ ਭਰਮਾ ਸਕਦਾ ਹੈ। ਪਰ ਇਹ ਸਾਹਿਬਜ਼ਾਦੇ ਗੁਰੂ ਖਾਲਸਾ ਜੀ ਕੋਈ ਸਧਾਰਨ ਰੂਪ ਵਿੱਚ ਸਧਾਰਨ ਵਿਅਕਤੀ ਨਹੀਂ ਸਨ। ਇਹ ਕਲਗੀਧਰ ਦੇ ਤਨ ਤੋਂ ਪੈਦਾ ਹੋਏ, ਕਲਗੀਧਰ ਦੇ ਤਨ ਦਾ ਅੰਸ਼ ਨੇ। ਇਸ ਕਰਕੇ ਪਰਮੇਸ਼ਰ ਦੀ ਅੰਸ਼ ਨੇ ਚਾਰੇ ਸਾਹਿਬਜ਼ਾਦੇ ਗੁਰੂ ਖਾਲਸਾ ਜੀ। ਇਹ ਪਰਮੇਸ਼ਰ ਦੀ ਅੰਸ਼ ਨੇ, ਕਲਗੀਧਰ ਪਰਮੇਸ਼ਵਰ ਰੂਪ ਨੇ ਔਰ ਇਹ ਪਰਮੇਸ਼ਵਰ ਦੀ ਹੀ ਅੰਸ਼ ਹਨ। 7 ਸਾਲ ਤੇ 9 ਸਾਲ ਦੀ ਉਮਰ ਵਿੱਚ ਜਿਸ ਕੁਲ, ਜਿਸ ਜਾਤੀ ਦੇ ਬੱਚੇ, ਜਿਸ ਧਰਮ ਦੇ ਬੱਚੇ ਇੱਦਾਂ ਬਲਿਦਾਨ ਦੇ ਸਕਦੇ ਹੈ, ਕਹਿੰਦੇ ਉਹਨਾਂ ਦਾ ਵਰਤਮਾਨ ਕੁਝ ਵੀ ਹੋਵੇ, ਵੀ ਕੋਈ ਉਹਨਾਂ ਦੇ ਸਾਹਮਣੇ ਨਾਲ ਨਾ ਖਲੋਤਾ ਹੋਵੇ। ਵਰਤਮਾਨ ਭਾਵੇਂ ਹੋਵੇ ਵੀ ਉਹਨਾਂ ਦੇ ਅੰਤਮ ਸੰਸਕਾਰ ਸਮੇਂ ਜ਼ਮੀਨ ਵੀ ਨਾ ਪ੍ਰਾਪਤ ਹੁੰਦੀ ਹੋਵੇ ਔਰ ਕੋਈ ਉਹਨਾਂ ਦੇ ਨਾਲ ਨਾ ਖਲੋਤਾ ਹੋਵੇ, ਵਰਤਮਾਨ ਦੇ ਸਮੇਂ ਵਿੱਚ ਉਹਨਾਂ ਨੂੰ ਭਾਵੇਂ ਤਸੀਹੇ ਦਿੱਤੇ ਜਾਂਦੇ ਹੋਣ, ਪਰ ਜਿਸ ਧਰਮ ਲਈ, ਜਿਸ ਮਜ਼ਹਬ ਲਈ, ਜਿਸ ਮਤ ਤੇ ਕੁਲ ਲਈ 7 ਸਾਲ ਤੇ 9 ਸਾਲ ਦੇ ਬੱਚੇ ਇੱਦਾਂ ਬਲਿਦਾਨ ਦਿੰਦੇ ਹੈ, ਉਸ ਧਰਮ ਦਾ ਜਿਹੜਾ ਭਵਿੱਖ ਹੈ ਉਹ ਬੜਾ ਮਹਾਨ ਤੇ ਉਜਾਗਰ ਹੁੰਦਾ ਹੈ। ਅੱਜ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਕੇ ਆ ਜਿਹੜਾ ਸਿੱਖਾਂ ਦਾ ਭਵਿੱਖ, ਅੱਜ ਅਸੀਂ ਇਸ ਭਵਿੱਖ ਨੂੰ ਮਾਣ ਰਹੇ ਹਾਂ। ਇਹ ਸਾਡੇ ਵੱਡਿਆਂ ਦੇ, ਸਾਡੇ ਬਾਬਿਆਂ ਦੇ, ਸਾਹਿਬਜ਼ਾਦਿਆਂ ਦੇ ਭਵਿੱਖ ਨੂੰ ਅਸੀਂ ਮਾਣ ਰਹੇ ਹਾਂ। ਉਹਨਾਂ ਦੀਆਂ ਕੁਰਬਾਨੀਆਂ ਹਨ, ਇਹ ਉਹਨਾਂ ਦੀ ਘਾਲਣਾ ਹੈ। ਅੱਜ ਸਿੱਖ ਸਿੱਖੀ ਨੂੰ ਤਿਲਾਂਜਲੀ ਦਿੰਦਿਆਂ ਦੇਰੀ ਨਹੀਂ ਲਾਉਂਦੇ। ਉਹ ਭੁੱਲ ਜਾਂਦੇ ਹਨ ਕਿ ਸਿੱਖੀ ਦੀ ਇਹ ਨੀਂਹ ਦੇ ਵਿੱਚ ਸਾਹਿਬਜ਼ਾਦਿਆਂ ਦੇ ਸੀਸ ਲੱਗੇ ਹੋਏ ਨੇ, ਅਨੇਕਾਂ ਸ਼ਹੀਦਾਂ ਦੇ ਸਿਰ ਲੱਗੇ ਨੇ, ਤਾਂ ਜਾ ਕੇ ਸਿੱਖੀ ਦਾ ਸੋਹਣਾ ਮਹੱਲ ਉਸਰਿਆ, ਜਿਸ ਮਹੱਲ ਨੂੰ ਅਸੀਂ ਅੱਜ ਮਾਣ ਰਹੇ ਹਾਂ। ਪਰ ਗੁਰੂ ਕੀ ਸਿੱਖੀ ਨੂੰ ਤਿਆਗਣ ਵਾਲੇ ਅੱਜ ਵੀ ਬਹੁਤ ਨੇ, ਜਿਹੜੇ ਪਤਿਤ ਹੋ ਜਾਂਦੇ ਹਨ, ਸਿੱਖੀ ਦਾ ਪ੍ਰਤਿਆਗ ਕਰ ਦਿੰਦੇ ਹਨ। ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਭੁੱਲ ਜਾਂਦੀ ਹੈ। ਗੁਰੂ ਖਾਲਸਾ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਸਾਡੀ ਸਿਮਰਤੀ ਵਿੱਚ ਅਸੀਂ ਰੱਖਣਾ ਹੈ। ਜਿੰਨੇ ਜੰਗ ਯੁੱਧ ਹੋਏ, ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸੂਰਮੇ ਜਦੋਂ ਆ ਕੇ ਲੜੇ, ਉਹਨਾਂ ਅੰਦਰ ਇਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਹਨਾਂ ਦੀ ਸਿਮਰਤੀ ਵਿੱਚ ਸੀ। ਤਦੇ ਵਜੀਦੇ ਨੂੰ ਪੁੱਠਾ ਲਟਕਾ ਕੇ ਜਦੋਂ ਪਹਿਲਾਂ ਬਲਦਾਂ ਨਾਲ ਵਹਿੜਕਿਆਂ ਨਾਲ ਉਹਨੂੰ ਘਸੀਟ ਕੇ ਜਦੋਂ ਉਹਦਾ ਮੋਇਆ ਜਿਹਾ ਹੋਇਆ ਤੇ ਦਰਖਤ ਨਾਲ ਪੁੱਠਾ ਲਟਕਾ ਕੇ ਉਹਨੂੰ ਸਾੜ ਕੇ ਮਾਰਿਆ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਵੀ ਲਿਆ, ਕਿਉਂਕਿ ਬਦਲਾ ਲੈਣਾ ਵੀ ਸੂਰਮਿਆਂ ਦਾ ਧਰਮ ਹੈ, ਕਰਤੱਵ ਹੈ। ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹਾਦਤ ਪ੍ਰਾਪਤ ਕੀਤੀ ਹੈ ਗੁਰੂ ਖਾਲਸਾ ਜੀ, ਉਹ ਬੜੇ ਵੀਰ ਅਸੀਂ ਢੰਗ ਦੇ ਨਾਲ ਪ੍ਰਾਪਤ ਕੀਤੀ ਹੈ।
ਅਕਸਰ ਕਈ ਵਾਰ ਸਾਹਿਬਜ਼ਾਦਿਆਂ ਦੀ ਉਸ ਸ਼ਹਾਦਤ ਨੂੰ ਅਸੀਂ ਵੈਰਾਗਮਈ ਰੰਗਣ ਦੇ ਕਰਕੇ ਵੈਰਾਗ ਦੇ ਵਿੱਚ ਆ ਕਰਕੇ ਉਸ ਸ਼ਹਾਦਤ ਨੂੰ ਵਰਣਨ ਕਰਨ ਲੱਗ ਪੈਂਦੇ ਹਾਂ। ਪਰ ਗੁਰੂ ਖਾਲਸਾ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਬੇਰਸੀ ਢੰਗ ਦੇ ਨਾਲ ਵਰਣਨ ਕੀਤੀ ਹੈ ਇਤਿਹਾਸਕਾਰਾਂ ਨੇ। ਚਾਹੇ ਉਹ ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ, ਚਾਹੇ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਚਾਹੇ ਸਰਦਾਰ ਰਤਨ ਸਿੰਘ ਜੀ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ। ਉਹਨਾਂ ਨੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਬੜੇ ਬੇਰਸੀ ਰੰਗ ਦੇ ਨਾਲ, ਕਿਉਂਕਿ ਬਾਬਾ ਫਤਿਹ ਸਿੰਘ ਜੀ ਕੜਕਵੀਂ ਆਵਾਜ਼ ਵਿੱਚ ਜਵਾਬ ਦਿੰਦੇ ਸੀ ਸੂਬੇ ਸਰਹੰਦ ਨੂੰ, ਕੜਕਵੀਂ ਆਵਾਜ਼ ਦੇ ਵਿੱਚ ਉਹਦੀਆਂ ਗੱਲਾਂ ਦਾ ਜਵਾਬ ਦਿੰਦੇ ਸਨ। ਪਰ ਵੈਰਾਗਮਈ ਢੰਗ ਦੇ ਨਾਲ ਵੀ ਚਲੋ ਸੁਣਨ ਵਾਲਿਆਂ 'ਤੇ ਥੋੜ੍ਹਾ ਜਿਹਾ ਪ੍ਰਭਾਵ ਪੈਂਦਾ ਉਹਨੂੰ। ਫਿਰ ਅੱਜ ਕੱਲ੍ਹ ਸਾਡੇ ਕਈ ਵਕਤੇ ਵੀਰ ਬੜੇ ਵੈਰਾਗਮਈ ਰੰਗਣ ਦੇ ਨਾਲ, ਹਾਂ ਵੈਰਾਗ ਹੋਣਾ ਚਾਹੀਦਾ ਪਰ ਸੁਰਤੀ ਵਿੱਚ ਵੀ ਰਸ ਹੋਣਾ ਚਾਹੀਦਾ। ਕਈ ਵਾਰੀ ਬਹੁਤ ਸਾਰਾ ਵੈਰਾਗ ਮਾਸੂਮੀਅਤ ਦੀ ਜਿਹੜੀ ਬਣਾ ਕੇ ਉਹ ਸਾਨੂੰ ਕਾਇਰਤਾ ਵਾਲੇ ਪਾਸੇ ਧੱਕ ਕੇ ਲੈ ਜਾਂਦਾ ਹੈ। ਉਦੋਂ ਸਾਡੇ ਅੰਦਰੋਂ ਸੂਰਬੀਰਤਾ ਦੀ ਜਿਹੜੀ ਅੰਸ਼ ਹੈ ਉਹ ਸਮਾਪਤ ਹੋ ਜਾਂਦੀ ਹੈ। ਸੂਰਮਿਆਂ ਦੀ ਇਸ ਸੂਰਬੀਰਤਾ ਨੂੰ ਸੂਰਬੀਰਤਾ ਦੇ ਢੰਗ ਨਾਲ ਹੀ ਪੇਸ਼ ਕਰਨਾ ਚਾਹੀਦਾ ਹੈ ਵਿਦਵਾਨਾਂ ਨੂੰ। ਤੋ ਸਾਹਿਬਜ਼ਾਦਿਆਂ ਨੇ ਜਦੋਂ ਸ਼ਹਾਦਤ ਪ੍ਰਾਪਤ ਕਰ ਲਈ, ਇਤਿਹਾਸਕਾਰ ਭਾਈ ਰਤਨ ਸਿੰਘ ਜੀ ਲਿਖਦੇ ਹੈ ਕਿ ਵਜ਼ੀਰ ਖਾਂ ਨੂੰ ਉਸੇ ਰਾਤ ਸ਼ਹੀਦ ਸਿੰਘਾਂ ਨੇ ਆ ਕੇ ਦਰਸ਼ਨ ਦਿੱਤੇ। ਭਾਵੇਂ ਕੋਈ ਨਾਸਤਕ ਬੰਦਾ ਜਿਹੜਾ ਤਰਕ ਬਿਰਤੀ ਰੱਖਣ ਵਾਲਾ ਨਾ ਮੰਨੇ, ਪਰ ਭਾਈ ਰਤਨ ਸਿੰਘ ਜੀ ਨੇ ਲਿਖਿਆ ਹੈ ਸ਼ਹੀਦਾਂ ਨੇ ਆ ਕਰਕੇ ਜਦੋਂ ਦਰਸ਼ਨ ਦਿੱਤੇ, ਮਾਰ ਮਾਰ ਡੰਡੇ ਦੇ ਪਾਸੇ ਤੋੜ ਦਿੱਤੇ। ਜਿਹੜੀ ਜਗ੍ਹਾ 'ਤੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉੱਥੋਂ ਜਦੋਂ ਕੋਈ ਪੈਰ ਰੱਖ ਕੇ ਲੰਘਦਾ ਜਾਂ ਕੋਈ ਉੱਥੇ ਸਰੀਰ ਦੀ ਕਿਰਿਆ ਕਰਦਾ ਤਾਂ ਉਹਨੂੰ ਬੰਨ੍ਹ ਪੈ ਜਾਂਦਾ। ਕਪੂਰਾ ਚੌਧਰੀ ਆਇਆ ਵਜ਼ੀਰ ਖਾਂ ਦੇ ਕੋਲ, ਵਜ਼ੀਰ ਖਾਂ ਨੂੰ ਆ ਕੇ ਕਹਿਣ ਲੱਗਾ, ਵਜ਼ੀਰ ਖਾਂ ਤੂੰ ਪਾਪ ਕੀਤਾ ਹੈ। ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਉੱਥੇ ਬਣਾ। ਜਦੋਂ ਤੁਸੀਂ ਭੌਰਾ ਸਾਹਿਬ ਜਾਂਦੇ ਹੋ ਉੱਥੇ 2x2 ਦਾ ਇੱਕ ਥੜਾ ਬਣਿਆ ਹੋਇਆ, ਉਹ ਜਗ੍ਹਾ ਵਜ਼ੀਰ ਖਾਂ ਨੇ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਉਹਨੇ ਬਣਾ ਕੇ ਉੱਥੇ ਦੀਵਾ ਜਗਾਇਆ ਔਰ ਆਪਣੀ ਭੁੱਲ ਦੀ ਖਿਮਾ ਦੀ ਯਾਚਨਾ ਵੀ ਕੀਤੀ। ਪਰ ਸ਼ਹੀਦੀ ਪਹਿਰਾ ਲੱਗਾ ਰਿਹਾ, ਆਪਣੀ ਕਰਨੀ ਦਾ ਫਲ ਉਹਨੂੰ ਭੁਗਤਣਾ ਪਿਆ। ਬਾਅਦ ਵਿੱਚ ਜਦੋਂ ਖਾਲਸੇ ਦਾ ਰਾਜ ਹੋਇਆ, ਸਰਹੰਦ ਉਜਾੜੀ ਗਈ, ਤੋਂ ਬਾਅਦ ਵਿੱਚ ਸਿੰਘਾਂ ਨੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੇ ਜਿਹੜੇ ਪਾਵਨ ਸਥਾਨ ਸਨ ਇਹਨਾਂ ਦੀ ਭਾਲ ਕਰਕੇ ਦੁਬਾਰਾ ਇਹਨਾਂ ਦੀ ਕਾਰ ਸੇਵਾ ਕਰਾਈ। ਮਹਾਰਾਜਾ ਪਟਿਆਲਾ ਨੇ ਸਰਹੰਦ ਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਂ 'ਤੇ ਸ੍ਰੀ ਫਤਿਹਗੜ੍ਹ ਸਾਹਿਬ ਰੱਖ ਦਿੱਤਾ। ਤੋ ਇਸ ਪ੍ਰਕਾਰ ਨਾਲ ਇੱਥੇ ਖਾਲਸੇ ਦਾ ਪਹਿਲਾ ਰਾਜ ਜਿਹੜਾ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਾਇਮ ਕੀਤਾ, ਸਿੱਖ ਰਾਜ। ਵੈਸੇ ਤਾਂ ਮੈਂ ਇਹ ਮੰਨਦਾ ਹਾਂ ਕਿ ਸਿੱਖ ਰਾਜ ਦੇ ਬਾਨੀ ਤਾਂ ਕਲਗੀਧਰ ਪਾਤਸ਼ਾਹ ਨੇ, ਉਹਨਾਂ ਨੇ ਆਨੰਦਪੁਰ ਸਾਹਿਬ ਵੀ ਸਥਾਪਿਤ ਕਰ ਦਿੱਤਾ ਸੀ, ਕਿਉਂਕਿ ਇਲਾਕੇ ਦੇ ਜਿੰਨੇ ਪਿੰਡ ਸਨ ਆਪੇ ਹੀ ਗੁਰੂ ਸਾਹਿਬ ਨੂੰ ਆ ਕੇ ਕਰ ਭਰਦੇ ਸੀ, ਟੈਕਸ ਭਰਦੇ ਸੀ ਔਰ ਕਹਿੰਦੇ ਸੀ ਮਹਾਰਾਜ ਤੁਸੀਂ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਹੈ। ਅਤੇ ਫਿਰ ਰਾਜ ਤਾਂ ਆਨੰਦਪੁਰ ਸਾਹਿਬ ਵੀ ਸਥਾਪਿਤ ਹੋ ਗਿਆ ਸੀ। ਖੈਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਨੂਰੇ ਮਾਹੀ ਨੇ ਇਹ ਸਾਰਾ ਪ੍ਰਸੰਗ ਸੁਣਾਇਆ, ਕਲਗੀਆਂ ਵਾਲੇ ਪਾਤਸ਼ਾਹ ਸੁਣੀ ਜਾਂਦੇ ਨੇ। ਥੱਲੇ ਕਾਈ ਦਾ ਬੂਟਾ ਸੀ ਅਤੇ ਕਾਈ ਦਾ ਬੂਟਾ ਮਹਾਰਾਜ ਜੀ ਦੇ ਹੱਥ 'ਚ ਤੀਰ ਰੱਖਿਆ ਕਰਦੇ ਕਲਗੀਧਰ ਜੀ। ਉਸ ਤੀਰ ਦੀ ਮੁਖੀ ਦੇ ਨਾਲ ਮਹਾਰਾਜ ਜੀ ਕਾਈ ਦੇ ਬੂਟੇ ਨੂੰ ਕੁਰੇਦੀ ਜਾਂਦੇ ਆ ਥੱਲਿਓਂ ਜੜ੍ਹੋਂ। ਜਦੋਂ ਨੂਰੇ ਨੇ ਸਾਰੀ ਕਥਾ ਸੁਣਾਈ, ਆਖਿਆ ਕਿਸੇ ਆ ਦਾ ਨਾਅਰਾ ਮਾਰਿਆ ਸੀ ਕਿ ਸਾਰੇ ਹੀ ਉੱਥੇ ਤਮਾਸ਼ਾ ਵੇਖਣ ਵਾਲੇ ਸਨ। ਆਖਿਆ ਮਹਾਰਾਜ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਅਰਾ ਮਾਰਿਆ ਸੀ। ਗੁਰਦੇਵ ਨੇ ਕਾਈ ਦਾ ਬੂਟਾ ਪੁੱਟਦਿਆਂ ਆਪਣੀ ਰਸਨਾ ਤੋਂ ਬਚਨ ਕਹੇ, ਅਬ ਤੇ ਜੜ ਤੁਰਕਨ ਕੀ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਆਖਿਆ ਇਹਨਾਂ ਮਲੇਛਾਂ ਦੀ ਜੜ ਜਿਹੜੀ ਰਾਜ ਭਾਗ ਦੀ ਅੱਗ ਤੋਂ ਬਾਅਦ ਪੁੱਟੀ ਗਈ ਹੈ, ਬਸ ਇੱਕ ਮਲੇਰਕੋਟਲੇ ਦੇ ਨਵਾਬ ਦੀ ਜੜ ਰਹਿ ਗਈ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਅੱਜ ਵੀ ਮਲੇਰਕੋਟਲੇ ਦੇ ਵਿੱਚ ਭਾਵੇਂ ਬਹੁਤ ਸਾਰੇ ਜੰਗ ਯੁੱਧ ਹੋਏ ਪਰ ਕਦੇ ਖਾਲਸੇ ਨੇ ਮਲੇਰਕੋਟਲੇ 'ਤੇ ਹਮਲਾ ਨਹੀਂ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਭਾਈ ਉਹਨਾਂ ਪਿੰਡਾਂ ਨਗਰਾਂ ਵਿੱਚ ਵਸਦੇ ਹਨ। ਭਾਵੇਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਦਾ ਸਮਾਂ ਸੀ, ਉਦੋਂ ਵੀ ਇਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤਾ ਨਾ ਕਿ ਹੁਣ ਤਾਂ ਸਾਰੇ ਮਲੇਛਾਂ ਦੀ ਤੁਰਕਾਂ ਦੀ ਜੜ ਪੁੱਟੀ ਗਈ ਹੈ, ਰਾਏ ਕੱਲੇ ਨੇ ਆਖਿਆ ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੈਂ ਵੀ ਮੁਸਲਮਾਨ ਹਾਂ। ਗੁਰਦੇਵ ਨੇ ਆਖਿਆ ਹੁਣ ਤਾਂ ਬਚਨ ਹੋ ਗਿਆ ਰਾਏ ਕੱਲਾ ਜੀ, ਆ ਲਓ ਤਲਵਾਰ, ਇਹ ਆਪਣੇ ਕੋਲ ਜਾ ਕੇ ਸਤਿਕਾਰ ਨਾਲ ਰੱਖ ਲਓ, ਜਿੰਨਾ ਚਿਰ ਇਹਦੀ ਪੂਜਾ ਕਰੋਗੇ
ਉਤਨੀ ਦੇਰ ਤੱਕ ਤੁਹਾਡੀ ਕੁੱਲ 'ਚ ਰਾਜ ਭਾਗ ਰਹੇਗਾ। ਮਹਾਰਾਜ ਜੀ ਦੀ ਉਹ ਪਾਵਨ ਸ਼੍ਰੀ ਸਾਹਿਬ ਰਾਏ ਕੱਲਾ ਘਰ ਲੈ ਕੇ ਗਿਆ, ਸੋਹਣਾ ਚੰਦੋਆ ਤਾਣ ਕੇ ਪਲੰਘੇ 'ਤੇ ਰੱਖ ਕੇ ਪੂਜਾ ਕਰਦਾ ਹੈ। ਇਹ ਜਿੰਨਾ ਚਿਰ ਰਿਹਾ ਇਹ ਪੂਜਾ ਕਰਦਾ ਰਿਹਾ। ਮੁੜ ਕੇ ਇਹਦੀ ਮੌਤ ਹੋਈ ਤੇ ਇਹਦਾ ਲੜਕਾ ਆਇਆ। ਕਾਜ਼ੀਆਂ ਨੇ ਆਖਿਆ ਕਿ ਤੁਸੀਂ ਇਹ ਤਲਵਾਰ ਰੱਖ ਕੇ ਪੂਜਦੇ ਹੋ, ਐਡੀ ਵਧੀਆ ਤਲਵਾਰ ਗਾਤਰੇ ਪਾਇਆ ਕਰ। ਉਹਨੇ ਜਦੋਂ ਤਲਵਾਰ ਗਾਤਰੇ ਪਾਈ, ਸ਼ਿਕਾਰ 'ਤੇ ਚੜ੍ਹਿਆ, ਘੋੜੇ ਦਾ ਪੈਰ ਤਰਬਕਿਆ, ਉਹੀ ਤਲਵਾਰ ਮਿਆਨ 'ਚੋਂ ਨਿਕਲ ਕੇ ਇਹਨੂੰ ਵੱਜੀ ਤੇ ਇਹਦੀ ਮੌਤ ਹੋ ਗਈ। ਇਸ ਪ੍ਰਕਾਰ ਨਾਲ ਇਹਨਾਂ ਦਾ ਵੀ ਰਾਜ ਸਮਾਪਤ ਹੋ ਗਿਆ। 700 ਸਾਲ ਦੀਆਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਭਾਰਤ ਵਰਸ਼ ਦੇ ਲੋਕਾਂ ਦੇ ਗਲਾਂ ਵਿੱਚ ਪਈਆਂ ਹੋਈਆਂ ਸਨ, ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੱਟੀਆਂ। ਔਰੰਗਜ਼ੇਬ ਬਾਦਸ਼ਾਹ ਨੂੰ ਫਿਰ ਇੱਥੋਂ ਚੱਲ ਕੇ ਜਦੋਂ ਦੀਨੇ ਕਾਂਗੜ ਪਹੁੰਚੇ, ਉੱਥੇ ਅੱਜ ਕੱਲ੍ਹ ਗੁਰਦੁਆਰਾ ਜ਼ਫਰਨਾਮਾ ਸਾਹਿਬ ਹੈ, ਉੱਥੇ ਬਹਿ ਕੇ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ। ਜ਼ਫਰਨਾਮੇ 'ਚ ਲਿਖਿਆ, ਔਰੰਗਜ਼ੇਬ ਮਤਾ ਤੂੰ ਇਹ ਸਮਝੇ ਕਿ ਤੂੰ ਸਾਡੇ 4 ਬੱਚਿਆਂ ਨੂੰ ਮਾਰ ਕੇ ਇਹ ਅੱਗ ਬੁਝਾ ਦਿੱਤੀ ਹੈ। ਮਤਾ ਤੂੰ ਇਹ ਸਮਝੇ ਕਿ ਸਾਡੇ 4 ਬੱਚਿਆਂ ਨੂੰ ਮਾਰ ਕੇ ਤੂੰ ਇਹ ਅੱਗ ਬੁਝਾ ਦਿੱਤੀ ਹੈ। ਹਾਲੇ ਤਾਂ ਅੱਗ ਦੇ ਭਾਂਬੜ ਮਚਣੇ ਨੇ ਤੇਰੇ ਪੈਰਾਂ ਥੱਲੇ। ਇਹ ਤਾਂ ਹਾਲੇ ਚੰਗਿਆੜੀ ਸੁਲਗੀ ਹੈ ਕਿ ਮਹਾਰਾਜ ਜੀ ਨੇ ਬਚਨ ਕੀਤਾ ਕਿ ਆਖਿਆ ਕਿ 4 ਬੱਚਿਆਂ ਨੂੰ ਕੋਹ ਕੇ ਮਾਰਨ ਤੋਂ ਬਾਅਦ ਤੂੰ ਇਹ ਨਾ ਸਮਝੀ ਕਿ ਜਿਹੜੀ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ੁਰੂ ਕੀਤੀ ਹੈ ਉਹ ਖਤਮ ਹੋ ਗਈ ਹੈ, ਕਿ ਬਾਕੀ ਬੇਮਾਨਦਸਤ ਪੇਚੀਦਾ ਮਾਰ, ਮੇਰਾ ਕੁੰਡਲੀਆ ਨਾਗ, ਮੇਰਾ ਖਾਲਸਾ ਪੰਥ ਹਾਲੇ ਪਿੱਛੇ ਬਾਕੀ ਹੈ। ਜਦੋਂ ਤੱਕ ਤੁਹਾਡੇ ਜਰਵਾਣਿਆਂ ਦੀਆਂ ਜੜ੍ਹਾਂ ਨੂੰ ਪੁੱਟ ਨਹੀਂ ਦਿੰਦਾ ਮੇਰਾ ਖਾਲਸਾ, ਉਦੋਂ ਤੱਕ ਇਹ ਖਾਲਸਾ ਜੂਝਦਾ ਰਹੇਗਾ, ਉਦੋਂ ਤੱਕ ਇਹ ਖਾਲਸਾ ਜੰਗ ਯੁੱਧ ਦੇ ਵਿੱਚ ਰਹੇਗਾ। ਇਹ ਭਜਨ ਕਲਗੀਆਂ ਵਾਲੇ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਲਿਖ ਕੇ ਭੇਜਿਆ। ਜ਼ਫਰਨਾਮੇ ਦੀ ਪਹਿਲੀ ਹਕਾਇਤ, ਉਹਦੇ ਵਿੱਚ ਗੁਰਦੇਵ ਨੇ ਸਾਰਾ ਵੇਰਵਾ ਕੀਤਾ, ਔਰੰਗਜ਼ੇਬ ਨੂੰ ਲਾਹਨਤਾਂ ਪਾਈਆਂ। 12 ਹਕਾਇਤਾਂ ਨੇ ਜ਼ਫਰਨਾਮੇ ਦੀਆਂ, ਉਹਦੇ ਵਿੱਚ ਉਹਨੂੰ ਲਾਹਨਤਾਂ ਤੇ ਧਰਕਾਰਾਂ ਵੀ ਪਾਈਆਂ ਔਰੰਗਜ਼ੇਬ ਨੂੰ। ਫਿਰ ਇਹ ਵੀ ਦੱਸਿਆ ਕਿ ਸਾਡੇ ਖਾਲਸਾ ਜਿਹੜਾ ਹੈ ਸਾਡਾ ਕੁੰਡਲੀਆ ਨਾਗ ਹੈ। ਇਸੇ ਕਰਕੇ ਸਿੰਘ ਦੇ ਬੱਚੇ ਨੂੰ ਭੁਜੰਗੀ ਸਿੰਘ ਕਹਿੰਦੇ। ਭੁਜੰਗੀ ਦਾ ਮਤਲਬ ਸੱਪ ਹੁੰਦਾ, ਸਪੋਲੀਆ। ਤੋ ਸਿੰਘ ਦੇ ਬੱਚੇ ਨੂੰ ਭੁਜੰਗੀ ਸਿੰਘ ਕਹਿ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਹੈ, ਭੁਜੰਗੀ ਖਾਲਸਾ ਹੈ। ਤਬ ਉੱਠੇ ਸਿੰਘ ਭੁਜੰਗੀ ਇਹ ਨਿਲੰਬਰ ਧਾਰਾ, ਇਹ ਮੇਰਾ ਖਾਲਸਾ ਹੈ ਨੀਲੇ ਬਾਣੇ ਵਾਲਾ, ਤਿਆਰ ਬਰ ਤਿਆਰ ਯੋਧਾ ਮੇਰਾ ਖਾਲਸਾ। ਇਹ ਹਾਲੇ ਪਿੱਛੇ ਜਿਉਂਦਾ ਹੈ, ਇਹ ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ ਨੂੰ ਸਮਾਪਤ ਕਰ ਦੇਗਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਪਾਵਨ ਬਚਨ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਜ਼ਫਰਨਾਮੇ ਵਿੱਚ ਲਿਖ ਕੇ ਭੇਜੇ ਸਨ। ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਫਤਿਹ ਸਿੰਘ ਕੇ ਜਥੇ ਸਿੰਘ ਜੀ, ਅੱਗੇ ਜਿੰਨੇ ਜਥੇ ਨੇ ਨਿਹੰਗ ਸਿੰਘਾਂ ਦੇ, ਉਹ ਸਾਰੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਹਨ। ਮਹਾਂਕਾਲ ਫਰਲੇ ਵਾਲੇ ਨਿਹੰਗ ਸਿੰਘ ਜਿਹੜੇ ਨੇ ਉਹ ਬਾਬਾ ਫਤਿਹ ਸਿੰਘ ਜੀ ਦੀਆਂ ਫੌਜਾਂ ਹਨ। ਤੋ ਇਹਨਾਂ 4 ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆਉਣ ਵਾਲੇ ਦਿਨਾਂ ਵਿੱਚ ਆਉਣੀ ਹੈ, ਉਸ ਸ਼ਹਾਦਤ ਨੂੰ ਸਾਡਾ ਕੋਟੀ ਕੋਟੀ ਨਮਨ ਹੈ, ਕੋਟੀ ਕੋਟੀ ਪ੍ਰਣਾਮ ਹੈ। ਔਰ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਬਾਅਦ ਵੀ ਉਹ ਜਿੱਤ ਗਏ। ਤੇ ਵਜੀਦੇ ਵਰਗੇ ਪਾਪੀ ਜਿਹੜੇ ਸ਼ਹੀਦ ਕਰ ਰਹੇ ਸਨ, ਉਹ ਭਾਵੇਂ ਸਰੀਰ ਕਰਕੇ ਜਿਉਂਦੇ ਰਹੇ ਪਰ ਫਿਰ ਵੀ ਹਾਰ ਗਏ। ਪਰ ਜਿਹੜੇ ਸ਼ਹੀਦ ਨੇ, ਇੱਕ ਵਿਦਵਾਨ ਦਾ ਬੜਾ ਸੋਹਣਾ ਕਥਨ ਹੈ। ਉਹ ਕਹਿੰਦਾ ਵੀ ਕਈ ਵਾਰੀ ਇੱਕ ਪਲ ਹੁੰਦਾ, ਪਲ ਇੱਕ ਪਲ ਹੁੰਦਾ, ਪਰ ਉਹ ਇੱਕ ਪਲ ਯੁੱਗ ਬਣ ਜਾਂਦਾ ਹੈ। ਕਈ ਵਾਰ ਇੱਕ ਯੁੱਗ ਹੁੰਦਾ ਤੇ ਪਲ 'ਚ ਬੀਤ ਜਾਂਦਾ ਹੈ। ਕਈਆਂ ਦੀ ਉਮਰ ਹੁੰਦੀ 100-100 ਸਾਲ ਦੀ, ਪਲ 'ਚ ਲੰਘ ਗਈ, ਪਤਾ ਹੀ ਨਹੀਂ ਲੱਗਾ ਵੀ ਕਦੋਂ ਆਏ ਕਦੋਂ ਚਲੇ ਗਏ। ਤੇ ਇੱਕ ਪਲ ਹੁੰਦਾ, ਬਿਲਕੁਲ ਥੋੜ੍ਹੀ ਉਮਰ ਸੀ 7 ਸਾਲ ਤੇ 9 ਸਾਲ ਦੀ ਸਾਹਿਬਜ਼ਾਦਿਆਂ ਦੀ, ਪਰ ਉਹ ਪਲ ਯੁੱਗ ਬਣ ਗਿਆ। ਅੱਜ ਜੁਗਾਂ ਜੁਗਾਂ ਤੱਕ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਚੇਤੇ ਰੱਖੇ ਜਾਂਦੇ ਨੇ ਤੇ ਰੱਖੇ ਜਾਣਗੇ ਜਦੋਂ ਤੱਕ ਸੰਸਾਰ ਰਹੇਗਾ। ਐਸੇ ਮਹਾਨ ਸਾਹਿਬਜ਼ਾਦਿਆਂ ਨੂੰ ਜੋ ਸਾਡੇ ਵੱਡੇ ਨੇ, ਉਹਨਾਂ ਨੂੰ ਸਾਡੀ ਬਾਰੰਬਾਰ ਨਮਸਕਾਰ ਹੈ। ਉਹਨਾਂ ਦੇ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਹੈ, ਨਮਸਕਾਰ ਹੈ, ਪ੍ਰਣਾਮ ਹੈ। ਸ਼ਹੀਦਾਂ ਦਾ ਇਤਿਹਾਸ ਵਰਣਨ ਕਰਦਿਆਂ, ਗੁਰੂ ਸਾਹਿਬ ਜੀ ਦੇ ਘਰ ਦਾ ਇਤਿਹਾਸ ਵਰਣਨ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਆਪ ਜੀ ਨੇ ਅਣਜਾਣ ਜਿਹਾ ਦਾਸਰਾ ਜਾਣ ਕੇ ਖਿਮਾ ਕਰ ਦੇਣੀਆਂ। ਗੁਰਮੁਖ ਪਿਆਰਿਆਂ ਨੇ ਪ੍ਰਬੰਧ ਕੀਤਾ ਹੈ ਕਿ ਪ੍ਰਬੰਧ ਕਰਦਿਆਂ ਇਹ ਰਿਕਾਰਡਿੰਗ ਕੀਤੀ ਹੈ।
ਇਹ ਰਿਕਾਰਡਿੰਗ ਕਰਕੇ ਸਾਰੀ ਸੰਗਤ ਤੱਕ ਇਹ ਕਥਾ ਪਹੁੰਚਦੀ ਹੋਣੀ ਹੈ। ਇਹ ਵੀ ਪ੍ਰਚਾਰ ਪ੍ਰਸਾਰ ਦਾ ਇੱਕ ਬੜਾ ਸੁੰਦਰ ਕੇਂਦਰ ਹੈ, ਤਰੀਕਾ ਹੈ ਕਿ ਅੱਜ ਘਰਾਂ ਦੇ ਵਿੱਚ ਬੈਠਿਆਂ ਹੋਇਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਨ ਨੂੰ ਪ੍ਰਾਪਤ ਹੁੰਦਾ ਹੈ। ਔਰ ਗੁਰੂ ਸਾਹਿਬ ਜੀ ਪ੍ਰਤੀ ਜਿਵੇਂ ਅਸੀਂ ਸਾਹਿਬ ਜੀ ਦੇ ਘਰ ਦੀ ਕਥਾ ਸੁਣਦੇ ਹਾਂ, ਇਤਿਹਾਸ ਸੁਣਦੇ ਹਾਂ, ਸੁਣ ਕੇ ਗੁਰੂ ਘਰ ਪ੍ਰਤੀ ਮਨ 'ਚ ਪ੍ਰੇਮ ਭਾਵਨਾ ਪੈਦਾ ਹੁੰਦੀ ਹੈ। ਬਾਰੰਬਾਰ ਸੁਣੀਏ, ਐਸਾ ਨਹੀਂ ਹੈ ਵੀ ਇਹ ਕਥਾ ਅਸੀਂ ਪਹਿਲਾਂ ਸੁਣੀ ਹੋਈ ਹੈ, ਹੁਣ ਦੁਬਾਰਾ ਸੁਣਾਂਗੇ ਤੇ ਪੁਰਾਣੀ ਲੱਗੇਗੀ। ਕਈ ਕਹਿੰਦੇ ਆ ਜੀ ਕੋਈ ਨਵੀਂ ਕਥਾ ਸੁਣਾਓ। ਗੁਰੂ ਖਾਲਸਾ ਜੀ ਜਿਹੜਾ ਇਤਿਹਾਸ ਸਾਹਿਬਜ਼ਾਦਿਆਂ ਦਾ ਹੈ ਉਹ ਤਾਂ ਉਸੇ ਤਰ੍ਹਾਂ ਹੀ ਵਰਣਨ ਹੋਵੇਗਾ। ਉਹਦੇ ਵਿੱਚ ਜਿੰਨੀ ਵਾਰ ਸੁਣਾਂਗੇ ਉਹਨਾਂ ਪ੍ਰਤੀ ਸਾਡੇ ਮਨ 'ਚ ਪ੍ਰੇਮ ਭਾਵ ਜਾਗੇਗਾ। ਔਰ ਜਿੰਨੀ ਵਾਰ ਕਥਨ ਕਰਾਂਗੇ ਉਹਦੇ ਵਿੱਚੋਂ ਕੋਈ ਨਾ ਕੋਈ ਨਵੀਂ ਚੀਜ਼ ਸਾਨੂੰ ਹਾਸਲ ਹੁੰਦੀ ਹੈ, ਪ੍ਰਾਪਤ ਹੁੰਦੀ ਹੈ। ਇਸ ਕਰਕੇ ਬੜਾ ਵਧੀਆ ਜ਼ਰੀਆ ਹੈ, ਤਰੀਕਾ ਹੈ ਜੇ ਇਹਦੀ ਯੋਗ ਵਰਤੋਂ ਕੀਤੀ ਜਾਏ, ਕਿਉਂਕਿ ਬਿਖ ਤੇ ਅੰਮ੍ਰਿਤ ਦੋਵੇਂ ਚੀਜ਼ਾਂ ਹਨ। ਹੁਣ ਇਹ ਚੁਣਨ ਵਾਲੇ ਨੇ ਚੁਣਨਾ ਕਿ ਉਹਨੇ ਬਿਖ ਨੂੰ ਗ੍ਰਹਿਣ ਕਰਨਾ ਹੈ ਕਿ ਅੰਮ੍ਰਿਤ ਨੂੰ ਗ੍ਰਹਿਣ ਕਰਨਾ ਹੈ। ਆਮ ਕਰਕੇ ਕਲੀ ਕਾਲ ਦੇ ਘੋਰ ਸਮੇਂ ਦੇ ਵਿੱਚ ਬਹੁਤੇ ਬਿਖ ਨੂੰ ਗ੍ਰਹਿਣ ਕਰਦੇ ਹਨ। ਇੱਥੇ ਅੰਮ੍ਰਿਤ ਕੌੜਾ ਲੱਗਦਾ ਤੇ ਬਿਖਿਆ ਮਿੱਠੀ ਲੱਗਦੀ ਆ ਸਾਕਤਾਂ ਨੂੰ, ਪਰ ਧੰਨ ਨੇ ਉਹ ਗੁਰਮੁਖ ਪਿਆਰੇ ਜਿਹੜੇ ਬਿਖ ਦਾ ਤਿਆਗ ਕਰਕੇ ਅੰਮ੍ਰਿਤ ਨੂੰ ਗ੍ਰਹਿਣ ਕਰਦੇ ਨੇ। ਟੀਵੀ ਦੇ ਮਾਧਿਅਮ ਰਾਹੀਂ, ਸੋਸ਼ਲ ਮੀਡੀਅਮ ਜਿਹੜੇ ਮੀਡੀਏ ਦੇ ਦੁਆਰਾ ਬਹੁਤ ਸਾਰਾ ਗੁਰ ਇਤਿਹਾਸ ਬਹੁਤ ਥਾਵਾਂ ਤੋਂ ਬਹੁਤ ਸਾਰੇ ਵਿਦਵਾਨਾਂ ਵੱਲੋਂ ਕਥਨ ਹੁੰਦਾ, ਗੁਰਬਾਣੀ ਦਾ ਕੀਰਤਨ ਹੁੰਦਾ, ਉਸ ਨੂੰ ਸਰਵਣ ਕਰਕੇ ਗੁਰਸਿੱਖ ਆਪਣੇ ਜੀਵਨ ਦੀ ਕਲਿਆਣ ਕਰਦੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਜਿਹੜੇ ਅਸੀਂ ਕਥਨ ਕਰ ਰਹੇ ਹਾਂ ਜਾਂ ਜਿੰਨੇ ਸੁਣ ਰਹੇ ਹਾਂ, ਸਾਡੇ ਸਾਰਿਆਂ ਦੀ ਹਾਜ਼ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਚਮਕੌਰ ਸਾਹਿਬ ਦੀ ਧਰਤੀ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸਾਡੇ ਸਾਰਿਆਂ ਦੀ ਹਾਜ਼ਰੀ ਲੱਗ ਜੇ। ਭਾਵੇਂ ਅਸੀਂ ਦੇਸ਼ਾਂ ਵਿਦੇਸ਼ਾਂ ਜਿੱਥੇ ਜਿੱਥੇ ਬੈਠੇ ਹਾਂ, ਕਈਆਂ ਦੀਆਂ ਮਜਬੂਰੀਆਂ ਸਰੀਰਾਂ ਕਰਕੇ ਨਹੀਂ ਆ ਸਕਦੇ, ਜਦੋਂ ਇਸ ਇਤਿਹਾਸ ਨੂੰ ਸਰਵਣ ਕਰਾਂਗੇ ਤਾਂ ਸਾਡੀ ਸਾਰਿਆਂ ਦੀ ਹਾਜ਼ਰੀ ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਲੱਗੇਗੀ। ਉਹਨਾਂ ਅੱਗੇ ਸਿਮਰ ਬੇਨਤੀ ਹੈ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਕਿ ਸਾਡੀ ਹਾਜ਼ਰੀ ਮਹਾਰਾਜ ਜੀ ਆਪਣਿਆਂ ਚਰਨਾਂ 'ਚ ਲਾ ਲਓ, ਔਰ ਗੁਰਸਿੱਖੀ ਸਾਡੇ ਹਿਰਦੇ 'ਚ ਦ੍ਰਿੜ ਹੋਵੇ। ਸਾਡਾ ਗਾਵਿਆ ਸੁਣਿਆ ਥਾਂ ਪਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।